किसानों पे दमन और पूंजीपतियों को नमन। वो हुणे मैं उन्होंने बाइट सुन रहा है नरिंਦਰ ਸਿੰਘ ਤੋਮਰ ਦੀ कि किसी भी हालात ਦੇ ਵਿੱਚ बिल वापस नहीं ले जाने। वो ये कोई जराइम पेशा ने, कोई गैंगस्टर ने, ये कोई दोषी ने, कोई पाकिस्तानी है। वो जिहड़ी ईगो आ ना उन्होंने टिकन नहीं देन दी कि मैं ये कानून बनाते है चाहे हुण जिवें दे मर्जी है इन्हां नूं मन्नो। जिहड़ियां चीज़ां उन्होंने क्रेनां नाल रखियां लोकां दे जोर ने, लोकां दे साथ ने, उन्हां नूं हत्थां नाल पासे करता। तुसी दाते तद बने, पहला भिखारी सी तुसी, ये पंजाब हरियाणे दे लोकां ने ही तुहानूं दाते बनाया। पर इन्ना शांतमई, इन्ना डिसिपलिनड, इन्ना जबत च मैं कोई अंदोलन नहीं वेख्या। खेती बिलों ਨੂੰ ਲੈ ਕੇ लगातार किसान ਧਰਨੇ कर रहे हैं ਅਤੇ दूसरे पासे ਹੁਣ किसानों ਵੱਲੋਂ लगातार दिल्ली ਵੱਲ भी कूच की जा रही है, लेकिन ਰਸਤੇ ਦੇ ਵਿੱਚ ਹੀ ਉਹਨਾਂ ਨੂੰ ਖੜਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਉੱਤੇ ਵਾਟਰ ਕੈਨਨ ਦੇ ਨਾਲ ਅਤੇ ਆਂਸੂ ਗੈਸ ਦੇ ਗੋਲੇ ਵੀ ਛੱਡੇ ਜਾ ਰਹੇ ਨੇ। ਇਸ ਮੌਕੇ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਆਰਪੀ ਮੈਨ ਜੀ। ਮੈਨੀ ਸਾਹਿਬ, ਲਗਾਤਾਰ ਹੀ ਜਿਸ ਤਰ੍ਹਾਂ ਕਿ ਤੁਸੀਂ ਵੀ ਕਹਿੰਦੇ ਸੀ ਕਿ ਭਾਜਪਾ ਜਿਹੜਾ ਆ ਉਹ ਇੱਕ ਕੱਟਰ ਜਿਹੜਾ ਵਾ ਆਪਣਾ ਰਵੱਈਆ ਜਿਹੜੀ ਆ ਅਪਣਾ ਰਹੀ ਹੈ, ਲੇਕਿਨ ਹਰਿਆਣੇ ਦੇ ਉੱਤੇ ਬਾਰਡਰ ਦੇ ਉੱਤੇ ਜੇ ਅਗਰ ਖੜਾ ਕਰ ਦਿੱਤਾ ਜਾਂਦਾ ਹੈ ਕਿਸਾਨਾਂ ਨੂੰ, ਹਾਲਾਂਕਿ ਹਰਿਆਣੇ ਦਾ ਕੋਈ ਵੀ ਰੋਲ ਨਹੀਂ ਸੀ, ਕਿਸ ਤਰ੍ਹਾਂ ਦੇਖਦੇ ਹੋ ਸਾਰੇ ਮਾਮਲੇ ਨੂੰ ਔਰ ਕਿਸਾਨਾਂ ਦਾ ਜੋ ਅੰਦੋਲਨ ਆ ਉਹਨੂੰ ਕਿਉਂ ਤਾਰ ਪਿਟੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਗੁਰਪ੍ਰੀਤ ਜੀ, ਅੱਜ 26 ਨਵੰਬਰ ਕੌਂਸਟੀਟਿਊਸ਼ਨ ਡੇ ਮਨਾਇਆ ਜਾਂਦਾ। ਕੌਂਸਟੀਟਿਊਸ਼ਨ ਅਸੈਂਬਲੀ ਨੇ ਅੱਜ ਦੇ ਦਿਨ ਭਾਰਤੀ ਸੰਵਿਧਾਨ ਨੂੰ ਅਡੋਪਟ ਕੀਤਾ ਸੀ, ਜਿਹੜਾ 26 ਜਨਵਰੀ ਨੂੰ ਲਾਗੂ ਹੋਇਆ ਸੀ 1950 ਨੂੰ। ਉਹਦੀ ਯਾਦ 'ਚ ਹਰ ਸਾਲ ਕੌਂਸਟੀਟਿਊਸ਼ਨ ਡੇ ਮਨਾਇਆ ਜਾਂਦਾ ਤੇ ਉਸੇ ਕੌਂਸਟੀਟਿਊਸ਼ਨ 'ਚ ਮਿਲੇ ਹੱਕਾਂ ਦੀ ਡੈਮੋਕ੍ਰੈਟਿਕ ਰਾਈਟ ਜਿਹੜਾ ਸਾਨੂੰ ਮਿਲਿਆ, ਫੰਡਾਮੈਂਟਲ ਰਾਈਟਸ ਮਿਲੇ ਆ ਕਿ ਰਾਈਟ ਟੂ ਸਪੀਕ ਮਿਲਿਆ, ਜਿਸ 'ਚ ਆਪਣੀ ਗੱਲ ਰੱਖਣ ਦਾ ਹੱਕ ਸਾਨੂੰ ਸੰਵਿਧਾਨ ਨੇ ਦਿੱਤਾ। ਅੱਜ ਸਭ ਤੋਂ ਜ਼ਿਆਦੀਆਂ ਧੱਜੀਆਂ ਉਸ ਕੌਂਸਟੀਟਿਊਸ਼ਨ ਦੀਆਂ ਉਡਾਈਆਂ ਹਰਿਆਣੇ ਦੀ ਸਰਕਾਰ ਨੇ। ਹਰਿਆਣੇ ਨਾਲ ਤਾਂ ਕੋਈ ਰੌਲਾ ਹੀ ਨਹੀਂ ਹੈਗਾ। ਹਰਿਆਣੇ ਦੇ ਹੁਣ ਦਿੱਲੀ ਹਰਿਆਣਾ ਲੰਘ ਕੇ ਹੀ ਜਾਣਾ ਜੇ ਕਿਸੇ ਨੇ ਪੰਜਾਬ 'ਚੋਂ ਜਾਣਾ। ਪਹਿਲਾਂ ਕਿੰਨੇ ਦਿਨ ਪਹਿਲਾਂ ਕਾਲ ਦੇ ਦਿੱਤੀ ਸੀ ਉਹਨਾਂ ਨੇ, 3 ਦਸੰਬਰ ਦਾ ਤੁਸੀਂ ਵੇਖਿਆ ਕਿ ਸੁਨਾਹ ਆ ਗਿਆ। ਉਹ ਵੀ ਵੇਖਦੇ ਆ ਵੀ ਕੰਮ ਕਿਸ ਤਰ੍ਹਾਂ ਖਰਾਬ ਕਿੱਦਾਂ ਕੀਤਾ ਜਾ ਸਕਦਾ। ਲੱਖਾਂ ਦੀ ਗਿਣਤੀ 'ਚ ਸਾਰੇ ਹਿੰਦੁਸਤਾਨ 'ਚ ਜੋ ਲੋਕਾਂ ਨੇ ਅੱਜ 26 ਤੇ 27 ਨੂੰ ਦਿੱਲੀ ਨੂੰ ਘੇਰਨ ਵਾਸਤੇ ਆਉਣਾ ਸੀ। ਤੁਸੀਂ ਘੇਰਨ ਵੀ ਵਰਡ ਯੂਜ਼ ਨਾ ਕਰੀਏ ਕਿ ਦਿੱਲੀ 'ਚ ਆਪਣੀ ਗੱਲ ਰੱਖਣ ਵਾਸਤੇ ਆਉਣਾ ਸੀ। ਉਹਨਾਂ ਲਈ ਅੱਜ ਤੁਸੀਂ ਸਵੇਰ ਤੋਂ ਵੇਖੋ ਸਾਰੇ ਚੈਨਲ ਲਾਈਵ ਵਿਖਾ ਰਹੇ ਆ ਕਿ ਜਿਵੇਂ ਅੱਜ ਇੱਕ ਮੈਂ ਹੁਣੇ ਚੈਨਲ 'ਤੇ ਵੇਖ ਰਿਹਾ ਸੀ, ਕਿਸੇ ਨੇ ਬੜੀ ਸਟੀਕ ਟਿੱਪਣੀ ਕੀਤੀ ਕਿ ਮੋਦੀ ਦਾ ਦਮਨ, ਕਿਸਾਨੋਂ पे ਦਮਨ ਔਰ ਪੂੰਜੀਪਤੀਆਂ ਕੋ ਨਮਨ। ਅੱਜ ਉਸ ਗੱਲ ਨੂੰ ਸੱਚਾ ਕਰਨ ਲਈ ਮੋਦੀ ਸਰਕਾਰ ਦੇ ਜਿਹੜੇ ਮੰਤਰੀ ਆ, ਉਹ ਹੁਣੇ ਮੈਂ ਉਹਨਾਂ ਦੀ ਬਾਈਟ ਸੁਣ ਰਿਹਾ ਹੈ ਨਰਿੰਦਰ ਸਿੰਘ ਤੋਮਰ ਦੀ ਕਿ ਕਿਸੇ ਵੀ ਹਾਲਾਤ ਦੇ ਵਿੱਚ ਇਹ ਬਿੱਲ ਵਾਪਸ ਨਹੀਂ ਲੈ ਜਾਣਗੇ। ਤੁਸੀਂ ਉਹਨਾਂ ਦੀ ਹੈਂਕੜ, ਉਹਨਾਂ ਦਾ ਹੰਕਾਰ ਵਾਲਾ ਰਵੱਈਆ ਵੇਖੋ ਕਿ ਕਿਸਾਨ ਜਿਹੜਾ ਅੰਨਦਾਤਾ ਉਹ ਸਵੇਰ ਦਾ, ਉਹਨਾਂ ਅੱਜ 70ਵਾਂ ਦਿਨ ਆ, ਤੁਸੀਂ ਵੇਖਿਆ ਕਿ ਕਿਸੇ ਨੇ ਕਿਸੇ ਨੂੰ ਇੱਕ ਰੋੜਾ ਨਹੀਂ ਮਾਰਿਆ, ਕਿਸੇ ਨੂੰ ਵੱਟਾ ਨਹੀਂ ਮਾਰਿਆ। ਰੇਲ ਟਰੈਕ ਦੇ ਉੱਤੇ ਬੈਠੇ, ਚਾਹੇ ਪੁਲਾਂ 'ਤੇ ਬੈਠੇ, ਚਾਹੇ ਸੜਕਾਂ 'ਤੇ ਬੈਠੇ, ਚਾਹੇ ਟੋਲ ਪਲਾਜ਼ਿਆਂ 'ਤੇ ਬੈਠੇ। ਇਸ ਤੋਂ ਸ਼ਾਂਤਮਈ ਅੰਦੋਲਨ ਪੋਸਟ ਇੰਡੀਪੈਂਡੈਂਸ ਕੋਈ ਹੋ ਨਹੀਂ ਸਕਦਾ ਸੀ। ਅੱਜ ਸਵੇਰ ਦਾ ਜੋ ਰਵੱਈਆ ਸੀ ਸਰਕਾਰ ਦਾ, ਉਹ ਇਹ ਕੋਈ ਜਰਾਇਮ ਪੇਸ਼ਾ ਨੇ, ਕੋਈ ਗੈਂਗਸਟਰ ਨੇ, ਇਹ ਕੋਈ ਦੋਸ਼ੀ ਨੇ, ਕੋਈ ਪਾਕਿਸਤਾਨੀ ਹੈ। ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਟਰੀਟ ਕਿਵੇਂ ਕਰ ਰਹੀਆਂ ਸਰਕਾਰਾਂ? ਕਿਵੇਂ ਉਹਨਾਂ ਦੇ ਬੈਰੀਕੇਡ, ਵੱਡੇ ਵੱਡੇ ਪੱਥਰ ਲਾਏ, ਕੰਡਿਆਲੀਆਂ ਤਾਰਾਂ ਲਾਈਆਂ, ਉਹ ਤੁਸੀਂ ਜਿਹੜੀਆਂ ਵਾਟਰ ਕੈਨਨ ਲਾਏ, ਆਂਸੂ ਗੈਸ ਦੇ ਗੋਲੇ ਛੱਡੇ। ਇਹ ਦੱਸੋ ਤੁਸੀਂ, ਤੁਹਾਡੇ ਭਰਾ ਨੇ, ਉਹ ਤੁਹਾਡੇ ਬੱਚੇ ਨੇ, ਤੇ ਉਹਨਾਂ ਕੋਲੋਂ ਤੁਸੀਂ ਪੁਲਿਸ ਵਾਲੇ ਕੌਣ ਨੇ? ਪੁਲਿਸ ਵਾਲੇ ਚਾਹੇ ਜਾਟ ਹੈ ਚਾਹੇ ਜੱਟ ਆ, ਹੈ ਤੇ ਸਾਡੇ ਬੱਚੇ ਨਾ। ਉਹਨਾਂ ਕੋਲੋਂ ਤੁਸੀਂ ਭਰਾਵਾਂ ਕੋਲੋਂ ਦੇ ਉੱਤੇ ਅੱਜ ਦਮਨ ਕਰਵਾ ਰਹੇ ਹੋ। ਲੇਕਿਨ ਮੈਨੀ ਸਾਹਿਬ, ਜੇ ਗੱਲ ਕੀਤੀ ਜਾਵੇ ਬੀਤੇ ਕੁਝ ਸਮੇਂ ਦੀ, ਤੇ ਦਿੱਲੀ ਦੇ ਵਿੱਚ ਬੜਾ ਵੱਡਾ ਅੰਦੋਲਨ ਹੋਇਆ ਸੀ ਜਿਹਨੂੰ ਨਾਂ ਦਿੱਤਾ ਗਿਆ ਅੰਨਾ ਹਜ਼ਾਰਾ ਅੰਦੋਲਨ। ਜੇਕਰ ਉਹ ਅੰਦੋਲਨ ਹੋ ਸਕਦਾ ਤੇ ਕਿਸਾਨਾਂ ਦਾ ਅੰਦੋਲਨ ਕਿਉਂ ਨਹੀਂ ਹੋ ਸਕਦਾ ਉੱਥੇ? ਇਹ ਉਹਨਾਂ ਦਾ, ਮੈਂ ਤੁਹਾਨੂੰ ਪਹਿਲਾਂ ਹੀ ਗੱਲ ਦੱਸਤੀ ਹੈ ਕਿ ਜਿਹੜਾ ਉਹਨਾਂ ਦਾ ਇੱਕ ਹੰਕਾਰ ਵਾਲਾ ਰਵੱਈਆ ਨਾ ਕਿ ਮੈਂ ਨਾ ਮੰਨੂ, ਉਹ ਜਿਹੜੀ ਈਗੋ ਆ ਨਾ ਉਹਨਾਂ ਨੂੰ ਟਿਕਣ ਨਹੀਂ ਦੇਣ ਦਈ ਕਿ ਮੈਂ ਇਹ ਕਾਨੂੰਨ ਬਣਾਤੇ ਆ ਚਾਹੇ ਹੁਣ ਜਿਵੇਂ ਦੇ ਮਰਜ਼ੀ ਆ, ਇਹਨਾਂ ਨੂੰ ਮੰਨੋ। ਇਹ ਮੰਨਣ ਲਈ ਹਿੰਦੁਸਤਾਨ ਦੇ ਲੋਕਾਂ ਨੂੰ ਮਜਬੂਰ ਕੀਤਾ ਉਹਨਾਂ ਨੇ ਕਿ ਤੁਸੀਂ ਮੰਨੋ। ਪਰ ਕਿਸਾਨ ਕਹਿੰਦੇ ਆ ਕਿ ਹੁਣ ਇੱਕ ਵਾਰੀ ਜਾਗ ਗਏ ਆ। ਕੋਈ ਤੁਸੀਂ ਅੱਜ ਵੇਖਿਆ ਲੱਖਾਂ ਲੋਕ
ਪਹੁੰਚੇ ਅੱਜ ਹਰਿਆਣੇ ਦੇ ਬਾਰਡਰ ਦੇ ਉੱਤੇ। ਬਾਰਡਰ ਉਹਨਾਂ ਨੇ ਤੋੜ ਕੇ, ਚਾਹੇ ਬੈਰੀਕੇਡ ਸੀ, ਜਿਹੜੀਆਂ ਚੀਜ਼ਾਂ ਉਹਨਾਂ ਨੇ ਕਰੇਨਾਂ ਨਾਲ ਰੱਖੀਆਂ, ਲੋਕਾਂ ਦੇ ਜ਼ੋਰ ਨੇ, ਲੋਕਾਂ ਦੇ ਸਾਥ ਨੇ ਉਹਨਾਂ ਨੂੰ ਹੱਥਾਂ ਨਾਲ ਪਾਸੇ ਕਰਤਾ। ਵੱਡੇ ਵੱਡੇ ਪੱਥਰ ਰੱਖੇ ਜਿਹੜੇ ਕਰੇਨਾਂ ਨਾਲ ਸਵੇਰੇ ਰੱਖਦੇ ਵਿਖਾਏ ਆਪਾਂ, ਲੋਕਾਂ ਨੇ ਹੱਥਾਂ ਨਾਲ ਚੁੱਕ ਕੇ ਪਾਸੇ ਸੁੱਟਤੇ ਤੇ ਹੁਣ ਦਿੱਲੀ ਵੱਲ ਵੱਧ ਰਹੇ। ਤੁਸੀਂ ਇਹ ਦੇਖੋ ਕਿ ਹਰਿਆਣਾ ਸਰਕਾਰ ਨੇ ਤੇ ਬਗੈਰ ਗੱਲ ਦੇ ਉੱਤੋਂ ਹੀ ਇਹ ਜਿਹੜਾ ਨਾ ਰੌਲਾ ਕ੍ਰੀਏਟ ਕਰਤਾ। ਉਹ ਤੇ ਇੱਕ ਰਸਤਾ ਸੀ, ਹਰਿਆਣੇ ਦੇ ਕਿਸਾਨ ਵੀ ਤੇ ਕਰ ਰਹੇ ਆ, ਹਰਿਆਣੇ ਦੇ ਲੋਕ। ਅੱਜ ਕੱਲ੍ਹ ਤੁਸੀਂ ਵੇਖਿਆ ਜਿਹੜਾ ਨਵਦੀਪ ਲੜਕੇ ਨੇ ਜਿਹੜੀ ਉਹ ਸਾਰਾ ਕੁਝ ਕੀਤਾ, ਉਹ ਅੰਬਾਲੇ ਦਾ ਰਹਿਣ ਵਾਲਾ, ਉਹ ਕਹਿੰਦਾ ਮੈਂ 350 ਪਿੰਡਾਂ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਚੁੱਕੇ ਸੀ ਆਪਾਂ। ਹਰਿਆਣੇ ਦੇ ਕਿਸਾਨ, ਪੰਜਾਬ ਦੇ ਕਿਸਾਨ ਇੱਕ ਮੁੱਦੇ 'ਤੇ ਇਕੱਠੇ ਆ। ਅੱਜ ਤੁਸੀਂ ਕਿਸੇ ਪਾਰਟੀ ਦਾ ਝੰਡਾ ਨਹੀਂ ਵੇਖਿਆ, ਸਭ ਪਾਰਟੀਆਂ ਦੇ ਲੋਕ, ਮੈਂ ਸਾਰੀਆਂ ਪਾਰਟੀਆਂ ਦਾ ਸ਼ੁਕਰਗੁਜ਼ਾਰ ਹਾਂ, ਕਿਸੇ ਪਾਰਟੀ ਦਾ ਝੰਡਾ ਨਹੀਂ ਹੈਗਾ ਸੀ, ਸਭ ਕਿਸਾਨਾਂ ਦੇ ਝੰਡੇ ਥੱਲੇ ਉੱਥੇ ਪਹੁੰਚੇ। ਉਹਨਾਂ ਸਭ ਲੋਕਾਂ ਦਾ, ਪਹੁੰਚਣ ਵਾਲਿਆਂ ਦਾ ਬੜਾ ਧੰਨਵਾਦ। ਪਰ ਤੁਸੀਂ ਇਹ ਵੇਖੋ ਵੀ ਉਹਨਾਂ ਦਾ ਰਵੱਈਆ ਵੇਖੋ ਤੁਸੀਂ, ਮੈਂ ਸਵੇਰ ਤੋਂ ਵੇਖ ਰਿਹਾ ਸੀ ਜਿਵੇਂ ਨਾਕੇਬੰਦੀ ਕੱਲ੍ਹ ਦੀ ਚੱਲ ਰਹੀ ਆ, ਉਹ ਤੁਸੀਂ ਉਹਨਾਂ ਦਾ ਇਹ ਸੀ ਵੀ ਇਹ ਪਤਾ ਨਹੀਂ ਕਿਹੜੇ ਲੋਕ ਆ ਗਏ ਆ, ਕਿਹੜੇ ਬਾਹਰਲੇ ਮੁਲਕ ਦੇ ਇਹ ਘੁਸਪੈਠੀਏ ਆ ਗਏ ਆ ਵੀ ਇਹਨਾਂ ਨੂੰ ਹਿੰਦੁਸਤਾਨ 'ਚ ਵੜਨ ਤੋਂ ਰੋਕਣਾ। ਇਸ ਦੇਸ਼ ਦੇ ਅੰਨਦਾਤਾ ਨੇ ਉਹ। ਮੈਂ ਤੁਹਾਨੂੰ ਅੱਗੇ ਹੀ ਆਪਾਂ ਪਿਛਲੀ ਇੰਟਰਵਿਊ 'ਚ ਦੱਸਿਆ ਸੀ ਕਿ 1955 ਦੇ ਵਿੱਚ ਜੇ ਗ੍ਰੀਨ ਰੈਵੋਲੂਸ਼ਨ ਲਿਆਂਦਾ, ਪੰਜਾਬ ਹਰਿਆਣੇ ਨੇ ਲਿਆਂਦਾ। ਜੇ ਕਟੋਰਾ ਫੜ ਕੇ ਆਪਾਂ ਆਸਟ੍ਰੇਲੀਆ, ਅਮਰੀਕਾ ਦੇ ਵਿੱਚ ਕਣਕ ਮੰਗਣ ਜਾਂਦੇ ਹਾਂ, ਆਹ ਕਰੋਨਾ ਕਾਲ ਦੇ ਵਿੱਚ ਆਪਾਂ ਲੋਕਾਂ ਨੂੰ ਰਾਸ਼ਨ ਵੰਡਿਆ, ਇਹ ਪੰਜਾਬ ਹਰਿਆਣੇ ਦੇ ਗੋਦਾਮਾਂ 'ਚ ਭਰਿਆ ਪਿਆ ਸੀ, ਤਦ ਹੀ ਵੰਡਿਆ ਨਾ। ਇਹ ਕਿਸੇ ਨੇ ਪੈਦਾ ਕੀਤਾ ਸੀ, ਤਦ ਹੀ ਤੁਸੀਂ ਵੰਡਣ ਦੀ ਹਾਲਤ 'ਚ ਆਏ ਸੀ। ਤੁਸੀਂ ਦਾਤੇ ਤਦ ਬਣੇ, ਪਹਿਲਾਂ ਭਿਖਾਰੀ ਸੀ ਤੁਸੀਂ। ਇਹ ਪੰਜਾਬ ਹਰਿਆਣੇ ਦੇ ਲੋਕਾਂ ਨੇ ਹੀ ਤੁਹਾਨੂੰ ਦਾਤੇ ਬਣਾਇਆ। ਲੇਕਿਨ ਮੈਨੀ ਸਾਹਿਬ, ਦੋਹਰਾ ਮਾਪਦੰਡ ਚੱਲ ਰਿਹਾ। ਇੱਕ ਬੰਨੇ ਆਂਸੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ, ਦੂਸਰੇ ਪਾਸੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਜਾ ਰਿਹਾ। ਅੱਜ ਇੱਥੋਂ ਤੱਕ ਕਿ ਹਵਾਈ ਫਾਇਰਿੰਗ ਵੀ ਕੀਤੀ ਗਈ ਲਗਾਤਾਰ। ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ, 3 ਤਰੀਕ ਦੀ ਮੀਟਿੰਗ ਦਾ ਸੱਦਾ ਦਿੱਤਾ ਜਾ ਰਿਹਾ। ਦੋਹਰਾ ਮਾਪਦੰਡ ਕਿਉਂ ਕੀਤਾ ਜਾ ਰਿਹਾ ਇਸ ਚੀਜ਼ ਨੂੰ ਲੈ ਕੇ? ਪੰਜਾਬੀਆਂ ਦੀ ਕਹਾਵਤ ਹੈਗੀ ਹੈ ਇੱਕ ਕਿ ਗੂੰਗਲੂਆਂ ਤੋਂ ਮਿੱਟੀ ਝਾੜਨਾ, ਠੀਕ ਹੈ, ਉਹ ਬਿਲਕੁਲ ਸਹੀ ਇਸ ਗੱਲ ਦੇ ਉੱਤੇ ਹੁੰਦੀ ਹੈ। ਮੈਂ ਕਿਸਾਨ ਜਥੇਬੰਦੀਆਂ ਦਾ ਧੰਨਵਾਦੀ ਹਾਂ। ਪਹਿਲੀ ਮੀਟਿੰਗ ਉਹਨਾਂ ਨੇ ਰਿਜੈਕਟ ਕਰਤੀ ਸੀ ਕਿ ਚਾਹੇ ਜਿਸ ਮਰਜ਼ੀ ਬੰਦੇ ਵੱਲੋਂ ਸੀ, ਆਪਣਾ ਖੇਤੀ ਸੈਕਟਰੀ ਵੱਲੋਂ ਸੀ, ਉਹਦੇ ਅਲਫਾਜ਼ ਨਹੀਂ ਸਹੀ ਸੀ, ਉਹਨਾਂ ਨੇ ਰਿਜੈਕਟ ਕਰਤੀ ਸੀ। ਦੂਸਰੀ ਮੀਟਿੰਗ 'ਚ ਆਏ, ਦੂਸਰੀ ਮੀਟਿੰਗ 'ਚ ਉਹਨਾਂ ਨੇ ਗੱਲਾਂ ਬਾਤਾਂ ਕਿਸਾਨਾਂ ਦੀਆਂ ਸੁਣ ਲਈਆਂ, ਪਰ ਕੋਈ ਗੱਲ ਆਪਣੇ ਵੱਲੋਂ ਨਹੀਂ ਕਹੀ। ਹੁਣ ਜਦੋਂ ਪਤਾ ਕਿ ਪਹਿਲਾਂ ਦਾ ਪ੍ਰੋਗਰਾਮ ਤੈਅ ਹੈ ਕਿ 26 ਤੇ 27 ਨੂੰ ਦਿੱਲੀ 26 ਤੇ 27 ਨੂੰ ਦਿੱਲੀ ਨੂੰ ਘੇਰਨਾ, ਦਿੱਲੀ ਜਾਣਾ, ਤੇ ਤੁਸੀਂ ਮੀਟਿੰਗ 24 ਨੂੰ ਕਿਉਂ ਨਹੀਂ ਰੱਖ ਲਈ? ਤੁਸੀਂ 23 ਨੂੰ ਕਿਉਂ ਨਹੀਂ ਰੱਖ ਲਈ? 22 ਨੂੰ ਕਿਉਂ ਨਹੀਂ ਰੱਖ ਲਈ? ਤੁਸੀਂ ਕਿਉਂ 3 ਦਸੰਬਰ ਦਾ ਟਾਈਮ ਦਿੱਤਾ? ਚੱਲ ਲੱਗਦਾ ਤਾਰ ਪੀਟੋ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ 3 ਤਰੀਕ ਦਾ, ਜਿਵੇਂ ਦੱਸਿਆ ਗੋਂਗਲੂ ਤੇ ਮਿੱਟੀ ਝੜਨ ਦੀ ਗੱਲ ਕੀਤੀ ਜਾ ਰਹੀ ਕਿ 3 ਤਰੀਕ ਦਾ ਲੋਲੀਪੌਪ ਦੇ ਦਿੰਦੇ ਆ ਤੇ ਕਿਸਾਨ ਨਹੀਂ ਆਣਗੇ ਤੇ 3 ਤਰੀਕ ਨੂੰ ਫਿਰ ਕੋਈ ਸਿੱਟਾ ਨਹੀਂ ਨਿਕਲ ਪਾਏਗਾ। ਕਿਸਾਨ ਬੜੇ ਸਿਆਣੇ ਜੇ ਤੁਸੀਂ। ਆਪਾਂ ਪਹਿਲਾਂ ਗੱਲ ਕੀਤੀ ਕਿ 70ਵੇਂ ਤਕਰੀਬਨ 70 ਦਿਨ ਹੋ ਗਏ ਆ, ਇੰਨੇ ਜ਼ਬਤ 'ਚ, ਇੰਨੇ ਡਿਸਪਲਿਨ 'ਚ ਕਿਸਾਨ ਕਦੀ ਰਹੇ ਨਹੀਂ ਜਿੰਨੇ ਡਿਸਪਲਿਨ 'ਚੋਂ ਹੈਗੇ ਆ। ਅੱਜ ਜ਼ਰੂਰ ਉਹਨਾਂ ਨੂੰ ਇਹਨਾਂ ਨੇ ਪ੍ਰਵੋਕ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਹੁਤ ਥਾਵਾਂ ਦੇ ਉੱਤੇ ਉਹਨਾਂ ਨੂੰ ਪ੍ਰਵੋਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਲੀਡਰਸ ਜਿਹੜੇ ਸਿਆਣੇ ਉਹਨਾਂ ਨੇ ਸਮਝਾ ਕੇ ਬੱਚਿਆਂ ਨੂੰ ਅੱਗੇ ਤੋਰਿਆ ਵੀ ਆਪਣਾ ਜਿਹੜਾ ਮਸਲਾ ਵਾ ਦਿੱਲੀ ਪਹੁੰਚਣ ਦਾ ਵਾ, ਪਰ ਰਸਤੇ 'ਚ ਉਲਝਣਾ ਨਹੀਂ ਹੈ। ਪਰ ਉਹਨਾਂ ਨੇ ਉਲਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ। ਜਿੰਨੇ ਵੀ ਪੰਜਾਬ ਦੇ ਸ਼ਾਇਦ 7 ਬਾਰਡਰ ਹਰਿਆਣੇ ਦੇ ਲੱਗਦੇ, ਹਰ ਬਾਰਡਰ 'ਤੇ ਰੌਲਾ ਪਿਆ, ਪਰ ਕਿਸਾਨ ਦਿੱਲੀ ਪਹੁੰਚਣ 'ਚ ਕਾਮਯਾਬ ਹੋਣਗੇ। ਹੁਣ ਵੀ ਮੈਂ ਲਾਈਵ ਦੇਖ ਰਿਹਾ ਸੀ ਕਿ ਕਿਸਾਨ ਕਰਨਾਲ ਟੱਪ ਕੇ ਕਾਫੀ ਦੇਰ ਦੇ, ਪਰ ਉਹ ਜਦੋਂ ਦਿੱਲੀ ਪਹੁੰਚੇ, ਉਹਨਾਂ ਦਾ ਪਹਿਲਾਂ ਹੀ ਗੱਲ ਸੀ ਵੀ ਜਦੋਂ ਅਸੀਂ ਜੇ ਦਿੱਲੀ ਨਹੀਂ ਵੜਨ ਦਿੱਤਾ ਜਾਊਗਾ ਤੇ ਦਿੱਲੀ ਦੇ ਬਾਹਰ ਡੇਰੇ ਲੱਗਣਗੇ, ਫਿਰ ਦਿੱਲੀ ਸਾਰੇ ਪਾਸਿਓਂ ਘਿਰੇਗੀ। ਹੁਣ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਇੱਕ ਬਿਆਨ ਆਇਆ ਸੀਗਾ ਕਿ ਉਹਨਾਂ ਨੇ ਕਿਹਾ ਸੀਗਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੂੰ ਕਿ ਤੁਸੀਂ ਅਗਰ ਰਾਸ਼ਨ ਦਾ ਪ੍ਰਬੰਧ ਕਰ ਸਕੋ ਤੇ ਉਹਨਾਂ ਤੱਕ ਜ਼ਰੂਰ ਪੁੱਛਤਾ ਕੀਤਾ ਜਾਵੇ। ਕਿਆ ਲੱਗਦਾ ਹੈ ਕਿ ਜਿਹੜਾ ਵਧੀਆ ਫੈਸਲਾ ਆ ਔਰ ਖਾਸ ਤੌਰ 'ਤੇ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਤਾਂ ਕਰਕੇ ਕੀਤਾ ਗਿਆ, ਕਿ ਜਾਂ ਰਾਜਨੀਤੀ ਚਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ? ਨਹੀਂ, ਮੇਰੇ ਖਿਆਲ ਨਾਲ ਪ੍ਰਧਾਨ ਸਾਹਿਬ ਨੇ ਪਹਿਲਾਂ ਰਾਜਨੀਤੀ ਲਈ, ਗੁਰਪ੍ਰੀਤ ਜੀ, ਹੋਰ ਬਹੁਤ ਮੁੱਦੇ ਆ, ਰੋਜ਼ ਦਿਨ ਚੜ੍ਹਦਿਆਂ ਨਵਾਂ ਮੁੱਦਾ ਮਿਲਦਾ। ਇਹ ਮੁੱਦਾ ਰਾਜਨੀਤੀ ਕਰਨ ਵਾਲਾ ਨਹੀਂ ਹੈਗਾ। ਉਹਨਾਂ ਨੇ 2 ਅਪੀਲਾਂ ਆਪਣੇ ਵਰਕਰਾਂ ਨੂੰ ਕੀਤੀਆਂ ਸੀ। ਇੱਕ ਤੇ ਇਸ ਸੰਘਰਸ਼ ਦੇ ਵਿੱਚ ਸ਼ਾਮਲ, ਅੱਜ ਸਾਡੇ ਬਹੁਤ ਸਾਰੇ ਵਰਕਰ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਗਏ ਆ, ਪਰ ਇਹ ਗੱਲ ਸੀ ਵੀ ਕਿਸਾਨ ਦੇ ਝੰਡੇ ਥੱਲੇ ਜਾਣਾ। ਤੁਸੀਂ ਅੱਜ ਕਿਸੇ ਵੀ ਪਾਰਟੀ ਦਾ ਝੰਡਾ ਨਹੀਂ ਦੇਖਿਆ। ਦੂਸਰੀ ਗੱਲ, ਦਿੱਲੀ ਲਾਗੇ ਆ, ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਉੱਥੇ ਹੈਗੇ ਆ, ਉਹਨਾਂ ਨੇ ਉਹਨਾਂ ਦੀ ਡਿਊਟੀ ਲਾਈ ਵੀ ਕਿਸੇ ਵੀ ਕਿਸਮ ਦੀ ਜਿਹੜੀ ਪਰੇਸ਼ਾਨੀ ਆ ਕਿਸਾਨ ਜਥੇਬੰਦੀਆਂ ਨੂੰ ਨਹੀਂ ਆਉਣੀ ਚਾਹੀਦੀ। ਖਾਣ ਪੀਣ ਦੀ ਜੋ ਵੀ ਚੀਜ਼ ਦੀ ਜ਼ਰੂਰਤ ਆ ਉਹ ਉੱਥੋਂ ਲਾਗੂ ਪ੍ਰੋਵਾਈਡ ਕਰ ਸਕਦੇ ਆ। ਮੈਂ ਇਸ ਗੱਲ ਲਈ ਉਹਨਾਂ ਦਾ ਧੰਨਵਾਦੀ ਹਾਂ।
ਕਿ ਇਹ 'ਚ ਰਾਜਨੀਤੀ ਵਾਲੀ ਕੋਈ ਗੱਲ ਨਹੀਂ ਹੈਗੀ। ਲੇਕਿਨ ਕਿਸਾਨ ਕਹਿ ਰਹੇ ਨੇ, ਕਹਿੰਦੇ ਕਿ ਇਹ ਰਾਜਨੀਤੀ ਕਰ ਰਹੇ ਨੇ, ਕਿਉਂਕਿ ਜਦੋਂ ਵੀ ਕਿਸੇ ਜਗ੍ਹਾ ਤੇ ਅਗਰ ਮੁਗਲਾਂ ਨਾਲ ਵੀ ਸਾਡੀ ਲੜਾਈ ਹੋਈ ਸੀ ਜਾਂ 84 ਦਾ ਵੀ ਸਾਡਾ ਜੋ ਦੰਗਾ ਹੋਇਆ ਸੀਗਾ, ਉਦੋਂ ਅਸੀਂ ਆਪਣੇ ਜਿਹੜੇ ਸਾਡੇ ਵਿਰੋਧੀ ਸੀਗੇ ਆਪਾਂ ਉਹਨਾਂ ਨੂੰ ਵੀ ਪ੍ਰਸ਼ਾਦਾ ਛਕਾਉਂਦੇ ਸੀਗੇ ਕਿ ਕੋਈ ਗੱਲ ਨਹੀਂ ਤੁਸੀਂ ਤਸ਼ੱਦਦ ਸਾਡੇ ਢਾਹ ਰਹੇ ਹੋ, ਲੇਕਿਨ ਫਿਰ ਵੀ ਅਸੀਂ ਤੁਹਾਨੂੰ ਪ੍ਰਸ਼ਾਦਾ ਛਕਾ ਰਹੇ। ਉਹਨਾਂ ਦਾ ਕਹਿਣਾ ਕਿ ਰਾਜਨੀਤੀ ਨਾ ਕੀਤੀ ਜਾਵੇ ਇਸ ਮਾਮਲੇ ਤੋਂ ਲੈ ਕੇ। ਨਹੀਂ, ਮੇਰੇ ਖਿਆਲ ਨਾਲ ਇਹ ਰਾਜਨੀਤੀ ਦਾ ਮੁੱਦਾ ਹੀ ਨਹੀਂ ਹੈਗਾ। ਅੱਜ ਮੈਂ ਲਾਈਵ ਟੀਵੀ ਤੇ ਵੇਖਿਆ ਕਿ ਜਿੱਥੇ ਕਿਸਾਨ ਲੰਗਰ ਛਕ ਰਹੇ ਸੀ ਉੱਥੇ ਮੀਡੀਆ ਵਾਲੇ ਵੀ ਲੰਗਰ ਛਕ ਰਹੇ ਸੀ, 2-4 ਪੁਲਿਸ ਵਾਲਿਆਂ ਨੂੰ ਵੀ ਉਹਨਾਂ ਨੇ ਲੰਗਰ ਛਕਦਿਆਂ ਮੈਂ ਵੇਖਿਆ TV 1 ਦੇ ਉੱਤੇ, ਇੱਕ ਚੈਨਲ ਦੇ ਉੱਤੇ। ਇਹ ਲੰਗਰ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ, ਇਹਦੇ 'ਚ ਕੋਈ ਭੇਦਭਾਵ ਨਹੀਂ ਹੈ। ਇਹਦੇ ਪਿੱਛੇ ਭਾਵਨਾ ਹੀ ਇਹ ਸੀ ਕਿ ਲੰਗਰ ਛਕਾਉਣ ਵੇਲੇ ਪੰਗਤ 'ਚ ਬਹਿ ਕੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਨਾ। ਇੱਥੇ ਉੱਥੇ ਆਮ ਬੰਦਾ ਬੈਠਾ, ਉੱਥੇ ਅਕਬਰ ਬਾਦਸ਼ਾਹ ਨੇ ਵੀ ਬਹਿ ਕੇ ਲੰਗਰ ਛਕਿਆ ਸੀ। ਕਿਆ ਲੱਗਦਾ ਹੈ ਕਿ ਜਿਸ ਤਰ੍ਹਾਂ ਪਹਿਲੋਂ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਦਿੱਲੀ ਫਤਿਹ ਕੀਤਾ ਸੀ ਉਹ ਸਿੱਖਾਂ ਨੇ ਕੀਤਾ ਸੀਗਾ, ਕਿਆ ਲੱਗਦਾ ਹੈ ਕਿ ਹੁਣ ਫਿਰ ਦੁਬਾਰਾ ਜਾਂ ਦਿੱਲੀ ਫਤਿਹ ਕੀਤੀ ਜਾਵੇਗੀ ਕਿਸਾਨਾਂ ਵੱਲੋਂ ਤੇ ਸਿੰਘਾਂ ਵੱਲੋਂ ਕੀਤੀ ਜਾਏਗੀ? ਇਹ ਸਬਾਬੀ ਲਾ ਲਓ। 1783 ਦੇ ਵਿੱਚ ਸਿੱਖਾਂ ਨੇ ਬਘੇਲ ਸਿੰਘ, ਸਰਦਾਰ ਬਘੇਲ ਸਿੰਘ ਜੀ, ਜੱਸਾ ਸਿੰਘ ਜੀ ਰਾਮਗੜੀਆ, ਜੱਸਾ ਸਿੰਘ ਆਹਲੂਵਾਲੀਆ ਕੌਮ ਦੇ ਜਰਨੈਲ ਸੀ। ਇਹਨਾਂ ਨੇ ਦਿੱਲੀ ਫਤਿਹ ਕੀਤੀ, ਲਾਲ ਕਿਲ੍ਹੇ ਦੇ ਉੱਤੇ ਕੇਸਰੀ ਪਰਚਮ ਲਹਿਰਾਇਆ ਸੀ। ਤੇ ਸਬੱਬ ਵੇਖੋ ਕਿਹੋ ਜਿਹਾ ਵਾ ਕਿ ਉਸ ਟਾਈਮ ਤੇ ਉਹਨਾਂ ਨੇ ਸ਼ਾਹ ਆਲਮ ਨੂੰ ਹਰਾਇਆ ਸੀ। ਤੇ ਅੱਜ ਵੀ ਕੋਈ ਰਲਦਾ ਮਿਲਦਾ ਜਿਹਾ ਸਿਸਟਮ ਆ ਵੀ ਉਸ ਸਮੇਂ ਸ਼ਾਹ ਆਲਮ ਦਾ ਰਾਜ ਸੀ ਤੇ ਅੱਜ ਦਿੱਲੀ ਦੀ ਜਿਹੜੀ ਪੁਲਿਸ ਆ ਉਹ ਸ਼ਾਹ ਆਮਿਦ ਦੀ ਆ। ਠੀਕ ਹੈ, ਉਹ ਜਿਹੜੀ ਉਹ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਕਰਦੀ ਹੈ ਸਿੱਧੀ ਉਹਨਾਂ ਦੇ ਅੰਡਰ ਹੈਗੀ ਆ, ਹੋਮ ਮਿਨਿਸਟਰੀ ਦੇ। ਤੇ ਪਰ ਮੈਨੂੰ ਨਹੀਂ ਲੱਗਦਾ ਕਿ ਪੰਜਾਬੀਆਂ ਨੂੰ, ਕਿਸਾਨਾਂ ਨੂੰ ਇਸ ਵਾਰ ਦਿੱਲੀ ਰੋਕ ਪਾਊਗੀ। ਦਿੱਲੀ ਫਿਰ ਫਤਿਹ ਕਰਨੀ ਹੈ। ਫਤਿਹ ਕਰਨ ਦਾ ਇਹ ਨਹੀਂ ਮਤਲਬ ਹੈਗਾ ਕਿ ਉੱਥੇ ਜਾ ਕੇ ਝੰਡਾ ਲਹਿਰਾਉਣਾ। ਉੱਥੇ ਗੱਲ ਹੈ ਕਿ ਆਪਾਂ ਜਿਵੇਂ ਕੌਂਸਟੀਟਿਊਸ਼ਨ ਡੇ ਦੇ ਉੱਤੇ ਸਾਨੂੰ ਰਾਈਟ ਮਿਲਿਆ ਆਪਣੀ ਗੱਲ ਰੱਖਣ ਦਾ। ਜਦੋਂ ਹੋਰ ਅੰਦੋਲਨ ਦਿੱਲੀ ਦੀ ਧਰਤੀ 'ਤੇ ਹੋ ਸਕਦੇ ਆ, ਫਿਰ ਪੰਜਾਬ, ਹਰਿਆਣੇ ਦੇ ਕਿਸਾਨ, ਸਾਰੇ ਹਿੰਦੁਸਤਾਨ ਦੇ ਕਿਸਾਨ ਦਿੱਲੀ 'ਚ ਜੰਤਰ ਮੰਤਰ 'ਤੇ ਆਪਣੇ ਹੱਕਾਂ ਲਈ ਕਿਉਂ ਨਹੀਂ ਲੜ ਸਕਦੇ? ਆਪਣੇ ਹੱਕ ਲਈ ਗੱਲ ਕਰਨ ਦਾ ਅਧਿਕਾਰ ਉਹਨਾਂ ਨੂੰ ਕੌਂਸਟੀਟਿਊਸ਼ਨ ਨੇ ਦਿੱਤਾ। ਲੇਕਿਨ ਹਮੇਸ਼ਾ ਹੀ ਜਿਹੜਾ ਪੰਜਾਬ ਸੀਗਾ ਜਾਂ ਪੰਜਾਬੀਅਤ ਸੀਗੀ, ਉਹ ਕਹਿੰਦੇ ਸਾਨੂੰ ਵੱਖਰਾ ਅਧਿਕਾਰ ਦਿੱਤਾ ਜਾਵੇ। ਕਿਆ ਲੱਗਦਾ ਨਹੀਂ ਕਿ ਬਾਰਡਰ ਦੇ ਉੱਤੇ ਜਿਹੜੀਆਂ ਲਕੀਰਾਂ ਮਾਰ ਦਿੱਤੀਆਂ ਗਈਆਂ ਜਾਂ ਜਿਸ ਤਰ੍ਹਾਂ ਬੈਰੀਅਰ ਬਲੌਕ ਕਰ ਦਿੱਤੇ ਗਏ, ਲੱਗਦਾ ਨਹੀਂ ਕਿ ਕੋਈ ਹੋਰ ਕਿਸੇ ਪਾਸੇ ਵੱਲ ਇਸ਼ਾਰਾ ਹੁੰਦਾ ਆ ਵੀ ਨਜ਼ਰ ਆ ਰਿਹਾ? ਨਹੀਂ ਗੁਰਪ੍ਰੀਤ ਜੀ, ਇਹ ਮਸਲਾ ਉਸ ਪਾਸੇ ਨਹੀਂ ਜਾਣਾ। ਆਪਾਂ ਫੋਕਸ ਰੱਖਣਾ ਕਿਸਾਨੀ ਮੁੱਦੇ ਦੇ ਉੱਤੇ ਰੱਖਣਾ। ਕਿਸਾਨਾਂ ਦੀ ਤੇ ਬਹੁਤ ਜੈਨੂਇਨ ਡਿਮਾਂਡ ਆ। ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਹ ਜਿਹੜਾ ਅੱਜ ਮੈਂ ਸਟੀਕ ਟਿੱਪਣੀ ਵੇਖੀ ਆ ਕਿ ਕਿਸਾਨੋਂ ਪਰ ਦਮਨ ਔਰ ਪੂੰਜੀਪਤੀਆਂ ਕੋ ਨਮਨ, ਇਹ ਦੋ ਚੀਜ਼ਾਂ ਹੈਗੀਆਂ ਵੀ ਅੱਜ ਜਿਹੜਾ ਦਮਨਕਾਰੀ ਚਿਹਰਾ ਭਾਜਪਾ ਨੇ ਆਪਣਾ ਵਿਖਾਇਆ ਨਾ, ਉਹ ਤੁਸੀਂ ਵੇਖੋ ਸਹੀ ਤੁਹਾਡੇ ਅੱਗੇ ਹੈ ਕੌਣ ਆ? ਤੁਸੀਂ ਕਿਹਨਾਂ ਨੂੰ ਰੋਕਣ ਲਈ ਕੰਡਿਆਲੀਆਂ, ਤਾਰਾਂ, ਬੈਰੀਕੇਡ ਲਾ ਰਹੇ ਨੇ? ਤੁਹਾਡੇ ਆ ਦੇਸ਼ ਦਾ ਅੰਨਦਾਤਾ ਜਿਹੜਾ ਤੁਹਾਡਾ ਢਿੱਡ ਭਰਦਾ, ਜੇ ਸਵੇਰ ਤੋਂ ਲੈ ਕੇ ਰਾਤ ਤੱਕ ਤੁਸੀਂ ਜੋ ਖਾਂਦੇ ਜੇ ਉਹਨੂੰ ਪੈਦਾ ਕਰਦਾ, ਉਹ ਕੋਈ ਦੁਸ਼ਮਣ ਨਹੀਂ ਆ, ਉਹ ਕੋਈ ਗੈਂਗਸਟਰ ਨਹੀਂ ਹੈ, ਕੋਈ ਕਹਿ ਸਕਦੇ ਕਿ ਗਲਤ ਅਨਸਰ ਨਹੀਂ ਹੈਗੇ, ਉਹ ਆਮ ਬੰਦੇ ਨੇ। ਤੁਸੀਂ ਵੇਖੋ, ਮੈਂ ਅੱਜ ਦੇਖਿਆ ਕਿ ਬਜ਼ੁਰਗ ਮਾਤਾਵਾਂ 70 ਸਾਲ ਤੋਂ ਪਲੱਸ 80-90 ਸਾਲ ਦੀਆਂ ਮਾਤਾਵਾਂ ਦੇ ਮੈਂ ਭਾਸ਼ਣ ਸੁਣੇ ਆ। ਉਹ ਕਹਿੰਦੇ ਆ ਹੁਣ ਦਿੱਲੀ ਜਾ ਕੇ ਹੀ ਰੁਕਾਂਗੇ, ਅਸੀਂ ਸ਼ੰਭੂ 'ਤੇ ਖੜ੍ਹੇ ਹੋਣ ਲਈ ਨਹੀਂ ਆਏ। ਲੇਕਿਨ ਜੋ ਵੀ ਹਾਲਾਤ ਬਣੇ ਹੋਏ ਨੇ, ਕਿਆ ਲੱਗਦਾ ਨਹੀਂ ਕਿ ਅਲੱਗ ਹੀ ਇੱਕ ਚਿਹਰਾ ਨਜ਼ਰ ਆ ਰਿਹਾ? ਕਿਉਂਕਿ ਮੇਰੀ ਲਾਈਫ ਦੇ ਵਿੱਚ ਮੈਂ ਕਦੀ ਏਡਾ ਵੱਡਾ ਅੰਦੋਲਨ ਨਹੀਂ ਵੇਖਿਆ। ਅਗਰ ਵੇਖਿਆ ਵੀ ਹੋਏਗਾ ਤਾਂ ਮੇਰੇ ਉਸ ਸ਼ਾਇਦ ਉਨੀ ਏਜ ਹੀ ਨਹੀਂ ਹੋਏਗੀ। ਲੇਕਿਨ ਮੈਨੀ ਸਾਹਿਬ, ਕਿਆ ਲੱਗਦਾ ਨਹੀਂ ਹੈ ਕਿ ਇਹ ਜਿਹੜਾ ਬਹੁਤ ਜ਼ਿਆਦਾ ਤਸ਼ੱਦਦ ਢਾਇਆ ਗਿਆ, ਇੱਕਦਮ ਹੀ ਵਾਟਰ ਕੈਨਨ ਪਹੁੰਚਦਿਆਂ ਹੀ ਵਾਟਰ ਕੈਨਨ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਂਦਾ, ਆਂਸੂ ਗੈਸ ਦੇ ਜਿਹੜੇ ਗੋਲੇ ਛੱਡ ਦਿੱਤੇ ਜਾਂਦੇ ਆ, ਈਵਨ ਦੈਨ ਕਿ ਕਿਸਾਨਾਂ ਨੂੰ ਅਰੈਸਟ ਵੀ ਕਰ ਲਿੱਤਾ ਜਾਂਦਾ, ਕਈ ਕਿਸਾਨਾਂ ਦੀ ਅਰੈਸਟ ਵੀ ਪਾ ਦਿੱਤੀ ਜਾਂਦੀ। ਕਿਆ ਲੱਗਦਾ ਨਹੀਂ ਕਿ ਅੱਜ ਤੱਕ ਹਿਸਟਰੀ ਦੇ ਵਿੱਚ ਅਸੀਂ ਕਦੀ ਇਸ ਤਰ੍ਹਾਂ ਦਾ ਨਹੀਂ ਵੇਖਿਆ? ਕਿ ਤੁਸੀਂ ਕਦੀ ਸੁਣਿਆ ਇਸ ਤਰ੍ਹਾਂ ਦੀ ਚੀਜ਼ ਕਦੀ ਹੋਈ ਹੋਵੇ ਪਹਿਲਾਂ ਵੀ? ਅੱਜ ਤੱਕ ਇੰਨਾ ਸ਼ਾਂਤਮਈ ਅੰਦੋਲਨ ਤੇ ਇੰਨਾ ਲੰਬਾ ਅੰਦੋਲਨ ਮੈਂ ਨਹੀਂ ਸੁਣਿਆ। ਅੰਦੋਲਨ ਤੇ ਬੜੇ, ਚਲੋ ਜਿੰਨੀ ਕੁ ਮੇਰੀ ਉਮਰ ਹੈ ਮੈਂ ਕਾਫੀ ਅੰਦੋਲਨ ਵੇਖੇ ਆ, ਪਰ ਇੰਨਾ ਸ਼ਾਂਤਮਈ, ਇੰਨਾ ਡਿਸਪਲਿਨਡ, ਇੰਨਾ ਜ਼ਬਤ 'ਚ ਮੈਂ ਕੋਈ ਅੰਦੋਲਨ ਨਹੀਂ ਵੇਖਿਆ। ਕਿਸੇ ਨੇ ਲੰਘੀਆਂ ਟ੍ਰੇਨਾਂ 'ਚ ਕਿਸੇ ਨੇ ਵੱਟਾ ਨਹੀਂ ਮਾਰਿਆ, ਟੋਲ ਪਲਾਜ਼ਿਆਂ 'ਤੇ ਕਿਸੇ ਨੇ ਕੋਈ ਧੱਕੇਸ਼ਾਹੀ ਨਹੀਂ ਕੀਤੀ, ਕਿਸੇ ਨੇ ਕਿਸੇ ਨੂੰ ਓਏ ਨਹੀਂ ਆਖੀ। ਪਰ ਅੱਜ ਥੋੜ੍ਹੀ ਬਹੁਤ ਜੋ ਗੱਲ ਹੋਈ ਆ ਉਹਦੇ ਲਈ ਉਹਨਾਂ ਨੂੰ ਪ੍ਰਵੋਕ ਕੀਤਾ ਗਿਆ। ਪ੍ਰਵੋਕ ਕਰਨਾ ਸੀ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਕੌਨਫਲਿਕਟ ਕਰਕੇ ਉੱਥੇ ਹੀ ਰੋਕ ਦਿੱਤਾ ਜਾਊ, ਪਰ ਕਿਸਾਨ ਸਿਆਣੇ ਨਿਕਲੇ। ਉਹ ਉਸ ਬੈਰੀਕੇਡ ਨੂੰ ਤੋੜਦੇ ਹੋਏ ਦਿੱਲੀ ਵੱਲ ਵੱਧ ਗਏ। ਉਹਨਾਂ ਨੂੰ ਪਤਾ ਸੀ ਕਿ ਇਹ ਸਾਡੀ ਮੰਜ਼ਿਲ ਨਹੀਂ ਆ। ਹਰਿਆਣਾ ਤੇ ਐਵੇਂ ਹੀ ਵਿੱਚ ਇਨਵੋਲਵ ਹੋ ਗਿਆ। ਖੱਟੜ ਸਾਹਿਬ ਨੇ ਤੇ ਆਪਣਾ ਉਹ ਜਿਹੜੀ ਪਗਾਉਣ ਵਾਸਤੇ ਜੋ ਦਿੱਲੀ ਦਾ ਉਹਨਾਂ ਦਾ ਹੈਗਾ, ਉਹਨੂੰ ਪਗਾਉਣ ਵਾਸਤੇ ਵੀ ਮੈਂ ਇੱਥੇ ਰੋਕ ਲਾਂਗਾ ਜੀ, ਦਿੱਲੀ ਤੱਕ ਆਉਣ ਨਹੀਂ ਦਿੰਦੇ। ਪਰ ਉਹਨਾਂ ਨੂੰ ਸ਼ਾਇਦ ਕਿਸਾਨਾਂ ਦੇ ਰੋਹ ਦਾ, ਕਿਸਾਨਾਂ ਦੇ ਜਜ਼ਬੇ ਦਾ, ਕਿਸਾਨਾਂ ਦੇ ਉਤਸ਼ਾਹ ਦਾ ਅੰਦਾਜ਼ਾ ਨਹੀਂ ਹੈਗਾ ਸੀ।
ਖੱਟਰ ਸਾਹਿਬ ਦੀ ਤੇ ਗੱਲ ਹੋ ਗਈ ਜੀ, ਲੇਕਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 144 ਧਾਰਾ ਲਗਵਾ ਦਿੱਤੀ ਗਈ। ਕਿਆ ਲੱਗਦਾ ਵਾ ਕਿ ਹੁਣ ਧਾਰਾ 144 ਦੀ ਕੋਈ ਜ਼ਰੂਰਤ ਵੀ ਸੀਗੀ, ਜੇਕਰ ਉਹ ਉੱਥੇ ਆਉਣਾ ਵੀ ਚਾਹੁੰਦੇ ਸੀਗੇ? ਲੇਕਿਨ ਆਮ ਆਦਮੀ ਪਾਰਟੀ ਦਾ ਵੀ ਚਿਹਰਾ ਜਿਹੜਾ ਉਹ ਸਾਹਮਣੇ ਨਜ਼ਰ ਆ ਰਿਹਾ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਆਮ ਆਦਮੀ ਪਾਰਟੀ ਦੇ? ਆਮ ਆਦਮੀ ਪਾਰਟੀ ਵੇਖੋ, ਉਹਨਾਂ ਦਾ ਸਟੈਂਡ ਹੀ ਕੋਈ ਨਹੀਂ ਹੈਗਾ ਜੀ। ਉਹ ਹਰ ਮੌਕਾ ਵੇਖ ਕੇ ਨਾ ਆਪਣੀ ਕਨਵੀਨੀਅੰਸ ਦੇ ਮੁਤਾਬਕ, ਆਪਣੀ ਜੇ ਸਟੇਟ ਦੇ ਵਿੱਚ ਬੈਠੇ ਹੁੰਦੇ ਨਾ ਉਹਦੇ ਮੁਤਾਬਕ ਆਪਣਾ ਸਟੈਂਡ ਚੇਂਜ ਕਰ ਲੈਂਦੇ ਆ। ਹੁਣ ਦਿੱਲੀ ਸਾਰੇ ਹਿੰਦੁਸਤਾਨ ਦੀ ਸਾਂਝੀ ਆ, ਉੱਥੇ ਜਾਣ ਦਾ ਹਰੇਕ ਨੂੰ ਅਧਿਕਾਰ ਆ। ਕੇਜਰੀਵਾਲ ਖੁਦ ਜੰਤਰ ਮੰਤਰ ਦੇ ਉੱਤੇ ਧਰਨੇ ਦਿੰਦੇ ਰਹੇ ਕਿਸੇ ਵਾਰ। ਮੁੱਖ ਮੰਤਰੀ ਜਿਹੜੇ ਆ ਦਿੱਲੀ ਦੇ, ਉਹ ਆਪ ਉਸ ਇੱਕ ਸੰਘਰਸ਼ ਦੀ ਪੈਦਾਇਸ਼ ਨੇ, ਉਹ ਸੰਘਰਸ਼ ਚੋਂ ਨਿਕਲ ਕੇ ਉਸ ਤੋਂ ਮੁੱਖ ਮੰਤਰੀ ਬਣੇ ਨੇ। ਪਰ ਉਹਨੂੰ ਤੇ ਇਹ ਗੱਲ ਸਮਝਣੀ ਚਾਹੀਦੀ ਸੀ ਕਿ ਇਹ ਸੰਘਰਸ਼ ਕਿਸੇ ਦੇ ਰੋਕਿਆਂ ਨਹੀਂ ਰੁਕਦੇ ਹੁੰਦੇ। ਸੰਘਰਸ਼ ਲਈ ਜਜ਼ਬਾ ਚਾਹੀਦਾ, ਉਹ ਜਜ਼ਬਾ ਕਿਸਾਨਾਂ ਦਾ ਹੈਗਾ। ਉਹਨਾਂ ਨੇ ਜੋ ਕੀਤਾ, ਉਹਨਾਂ ਦੇ ਸਿਵਲ ਐਡਮਿਨਿਸਟ੍ਰੇਸ਼ਨ ਨੇ ਜਿਵੇਂ ਉਹਨਾਂ ਨੂੰ ਉਹਦੀ ਮਨਜ਼ੂਰੀ ਨਹੀਂ ਦਿੱਤੀ, ਇਹ ਉਹਨਾਂ ਦਾ ਫੇਲੀਅਰ ਆ, ਉਹਨਾਂ ਦਾ ਡਬਲ ਫੇਸ ਆ, ਉਹਨਾਂ ਦਾ ਦੋਗਲਾਪਨ ਹੈ ਜਿਹੜਾ ਦੁਨੀਆ ਦੇ ਸਾਹਮਣੇ ਆ ਗਿਆ। ਉਹਨਾਂ ਦੀ ਪੰਜਾਬ ਯੂਨਿਟ ਕੁਛ ਕਹਿੰਦਾ, ਹਰਿਆਣਾ ਯੂਨਿਟ ਕੁਛ ਕਹਿੰਦਾ, ਦਿੱਲੀ ਯੂਨਿਟ ਕੁਛ ਕਹਿੰਦਾ। ਉਹਨਾਂ ਦੇ ਜਿੰਨੇ MLA ਆ, ਜੇ ਉਹਦੇ ਨਾਲ ਸਹਿਮਤ ਸੀ, ਉਹਨਾਂ ਨੂੰ ਚਾਹੀਦਾ ਸੀ ਉੱਥੇ ਦਿੱਲੀ ਬਾਰਡਰ ਦੇ ਉੱਤੇ ਜਿੰਨੇ 60 ਤੋਂ ਉੱਤੇ ਜਿੰਨੇ MLA ਹੈਗੇ ਆ, ਉਹ ਉੱਥੇ ਖਲੋਂਦੇ ਸਵਾਗਤ ਵਾਸਤੇ ਕਿ ਕਿਸਾਨ ਆ ਰਹੇ ਆ, ਅਸੀਂ ਕਿਸਾਨਾਂ ਦੇ ਨਾਲ ਆਪਣੀ ਸੋਲੀਡੈਰਿਟੀ, ਆਪਣਾ ਸਾਥ ਸਹਿਯੋਗ ਵਿਖਾਉਣ ਲਈ ਉੱਥੇ ਖੜ੍ਹੇ ਹੁੰਦੇ ਉਹਨਾਂ ਦੇ ਸਵਾਗਤ ਵਾਸਤੇ। ਫਿਰ ਪਤਾ ਲੱਗਦਾ ਵੀ ਆਮ ਆਦਮੀ ਨਾਲ ਆ। ਪਰ ਤੁਹਾਨੂੰ ਪਤਾ ਵਾ ਕਿ ਉਹ ਸਭ AB ਟੀਮਾਂ ਹੀ ਆ ਸਾਰੀਆਂ ਇਹ। ਹੁਣ ਸ਼੍ਰੋਮਣੀ ਅਕਾਲੀ ਦਲ ਦਾ ਕੀ ਸਟੈਂਡ ਹੈ? ਹੁਣ ਕਿਆ ਉਹ ਜਿਹੜਾ ਕਿਸਾਨਾਂ ਦੇ ਝੰਡੇ ਦੇ ਥੱਲੇ ਹੀ ਕੰਮ ਕਰੇਗੀ? ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡੇ ਕੁਝ ਵਰਕਰ ਵੀ ਨਾਲ ਗਏ ਨੇ, ਕਿਆ ਹੁਣ ਵੀ ਉਹਨਾਂ ਦੇ ਝੰਡੇ ਥੱਲੇ ਹੀ ਰੈਗੂਲਰ ਰਹਿ ਕੇ ਹੀ ਜਿਹੜਾ ਵਾ ਫਤਿਹ ਕੀਤੀ ਜਾਏਗੀ ਦਿੱਲੀ? ਦੇਖੋ, ਜਦੋਂ ਵੀ ਮੈਂ ਝੰਡਿਆਂ ਦੀ ਗੱਲ ਇਸ ਲਈ ਕਰਦਾ ਕਿ ਅੱਜ ਜਿੰਨੇ ਲੱਖਾਂ ਕਿਸਾਨ ਗਏ ਆ ਨਾ, ਉਹ ਵੱਖ-ਵੱਖ ਪਾਰਟੀਆਂ ਨਾਲ ਉਹਨਾਂ ਦੀ ਐਸੋਸੀਏਸ਼ਨ ਹੈਗੀ ਸੀ। ਅੱਜ ਸਭ ਪਾਰਟੀਆਂ ਨੇ ਬਹੁਤ ਵਧੀਆ ਦਿਲ ਵਿਖਾਇਆ, ਬਹੁਤ ਵਧੀਆ ਹੌਸਲਾ ਵਿਖਾਇਆ ਕਿ ਉਹਨਾਂ ਦੇ ਵਰਕਰ ਅੱਜ ਕਿਸਾਨ ਦੇ ਝੰਡੇ ਥੱਲੇ ਇਕੱਠੇ ਹੋਏ ਆ। ਕਿਉਂਕਿ ਮੁੱਦਾ ਜਿਹੜਾ ਹੈਗਾ ਨਾ, ਉਹ ਕਿਸਾਨੀ ਦਾ ਹੈਗਾ। ਕੋਈ ਹੋਰ ਮੁੱਦਾ ਹੁੰਦਾ ਤਾਂ ਮੈਂ ਕਹਿ ਸਕਦਾ ਸੀ ਕਿ ਉਹਨੇ ਅੱਜ ਇੱਥੇ ਰਾਜਨੀਤੀ ਕਰ ਲਈ, ਉਹਨੇ ਇਹ ਕਰਤੀ। ਕਿਸੇ ਨੂੰ ਪਤਾ ਹੀ ਨਹੀਂ ਹੈਗਾ ਲੱਖਾਂ ਦੀ ਭੀੜ ਦੇ ਵਿੱਚ ਕਿ ਕੌਣ ਕਿਸ ਪਾਰਟੀ ਵੱਲੋਂ ਆਇਆ। ਅੱਜ ਉਹਨਾਂ ਦਾ ਚਿਹਰੇ ਦੇ ਉੱਤੇ ਲਿਖਿਆ ਹੈ ਕਿਸਾਨ ਆ। ਠੀਕ ਹੈ ਜੀ। ਇਸ ਲਈ ਜਦੋਂ ਕਿਸਾਨ ਦੇ ਝੰਡੇ ਥੱਲੇ ਸਭ ਪਾਰਟੀਆਂ ਆ ਗਈਆਂ ਨਾ, ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅਸੀਂ ਪਿੱਛੇ ਦਰੀਆਂ ਤੇ ਬਹਿਣ ਲਈ ਵੀ ਤਿਆਰ ਹਾਂ। ਅਸੀਂ ਉਹਨਾਂ ਦੀਆਂ ਰੈਲੀਆਂ, ਉਹਨਾਂ ਦੇ ਪ੍ਰੋਗਰਾਮਾਂ, ਤੁਸੀਂ ਦੇਖਿਆ ਮੈਂ ਸਾਰੇ ਪ੍ਰੋਗਰਾਮਾਂ ਤੇ ਜਾਂਦਾ ਰਿਹਾ, ਅਸੀਂ ਉਹਨਾਂ ਦੇ ਸਾਰੇ ਪ੍ਰੋਗਰਾਮਾਂ ਦੇ ਉੱਤੇ ਪਿੱਛੇ ਦਰੀਆਂ ਤੇ ਬਹਿਣ ਲਈ ਵੀ ਤਿਆਰ ਹਾਂ। ਉਹਨਾਂ ਦੇ ਇਕੱਠ ਦੇ ਵਿੱਚ ਵੀ ਜਾਣ ਲਈ ਤਿਆਰ ਹਾਂ। ਜੋ ਪ੍ਰੋਗਰਾਮ ਦੇਣਗੇ ਉਹਦੇ 'ਚ ਪਿੱਛੇ ਲੱਗ ਕੇ, ਜ਼ਰੂਰੀ ਨਹੀਂ ਹਰ ਸਟੇਜ ਦੇ ਉੱਤੇ ਜਾ ਕੇ ਗੱਲਬਾਤ ਕੀਤੀ ਜਾਵੇ, ਉਹਨਾਂ ਦੇ ਪਿੱਛੇ ਲੱਗ ਕੇ ਉਹਨਾਂ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਇਸ ਯੁੱਧ ਦੇ ਵਿੱਚ ਕਿਸਾਨਾਂ ਦੇ ਨਾਲ ਹੈ। ਸੋ ਇਹ ਸਨ RP ਮੈਨੀ ਜੀ, ਜੋ ਕਿ ਸਪੋਕਸਪਰਸਨ ਨੇ ਸ਼੍ਰੋਮਣੀ ਅਕਾਲੀ ਦਲ ਦੇ, ਔਰ ਇਹਨਾਂ ਦਾ ਕਹਿਣਾ ਹੀ ਹੈ ਕਿ ਦਿੱਲੀ ਫਤਿਹ ਕਰਨ ਵਾਸਤੇ ਜੋ ਕਿਸਾਨ ਜੂਝੇ ਹੋਏ ਨੇ, ਉਹ ਜ਼ਰੂਰ ਕਿਤੇ ਨਾ ਕਿਤੇ ਜਿਹੜਾ ਦਿੱਲੀ ਨੂੰ ਫਤਿਹ ਕਰਨਗੇ, ਕਿਉਂਕਿ ਪਹਿਲਾਂ ਵੀ ਸਿੱਖਾਂ ਵੱਲੋਂ ਹੀ ਦਿੱਲੀ ਨੂੰ ਫਤਿਹ ਕੀਤਾ ਗਿਆ ਸੀਗਾ। ਲੇਕਿਨ ਜੋ ਅੱਜ ਇਨਸੀਡੈਂਟ ਸਾਹਮਣੇ ਨਜ਼ਰ ਆਇਆ ਹਰਿਆਣਾ ਬਾਰਡਰ ਦੇ ਉੱਤੇ, ਉਹ ਉਹਨਾਂ ਵੱਲੋਂ ਕਾਫੀ ਨਿੰਦਾ ਵੀ ਕੀਤੀ ਗਈ ਔਰ ਕਿਹਾ ਇਹੀ ਜਾ ਰਿਹਾ ਕਿ ਹਰਿਆਣਾ ਦਾ ਕੋਈ ਰੋਲ ਨਹੀਂ ਸੀਗਾ, ਲੇਕਿਨ ਫਿਰ ਵੀ ਹਰਿਆਣਾ ਸਿਰਫ ਔਰ ਸਿਰਫ ਦਿੱਲੀ ਨੂੰ ਖੁਸ਼ ਕਰਨ ਵਾਸਤੇ ਇਹ ਸਾਰਾ ਕੁਝ ਕਰ ਰਹੇ ਹਨ। ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਵੀ ਉਹੀ ਸਟੈਂਡ ਹੈ ਕਿ ਉਹ ਪਿੱਛੇ ਰਹਿ ਕੇ ਅਤੇ ਕਿਸਾਨਾਂ ਦੇ ਜਿਹੜਾ ਝੰਡਾ ਆ ਉਹਦੇ ਥੱਲੇ ਰਹਿ ਕੇ ਹੀ ਉਹ ਨਾਲ ਰਹਿਣ ਨੂੰ ਤਿਆਰ ਨੇ ਅਤੇ ਦਿੱਲੀ ਜਿੱਤਣ ਲਈ ਵੀ ਉਹ ਕਿਸਾਨਾਂ ਦੇ ਨਾਲ ਨੇ। ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।